हाँ जी, गुड मॉर्निंग स्टूडेंट। जिदा कि तुहानू पता अपना 5th चैप्टर चलता, चैप्टर नंबर 5 फाइनैंशियल स्टेट एनालाइसिस। फाइनैंशियल स्टेट एनालाइसिस का मतलब हुंदा गा कि कंपनी ने जिहड़ी भी कोई बैलेंस शीट बनाई आ, ठीक आ, जां कोई P&L बनाया गा, तो ਉਹਦੇ ਤੋਂ ਕੀ ਆਊਟਪੁੱਟ ਹੋ ਰਹੀ ਹੈ ਕੰਪਨੀ ਨੂੰ ਕੀ ਬੈਨੀਫਿਟ ਆ। ਦੇਖੋ ਫਾਈਨੈਂਸ਼ੀਅਲ ਸਟੇਟ ਐਨਾਲਾਈਸਿਸ ਮੀਨਸ ਹੁੰਦਾ ਚੀਜ਼ ਨੂੰ ਐਨਾਲਾਈਜ਼ ਕਰਨਾ ਕਿ ਉਹਦਾ ਰਿਜ਼ਲਟ ਕੀ ਨਿਕਲਿਆ। ਕਲੀਅਰ। ਜਿੱਦਾਂ ਹੁਣ ਕੋਈ ਵੀ ਕੰਪਨੀ ਆ ਆਪਣਾ ਟ੍ਰੇਡਿੰਗ ਅਕਾਊਂਟ ਬਣਾਉਂਦੀ ਆ, ਪ੍ਰੋਫਿਟ ਐਂਡ ਲੋਸ ਅਕਾਊਂਟ ਬਣਾਉਂਦੀ ਆ, ਬੈਲੈਂਸ ਸ਼ੀਟ ਬਣਾਉਂਦੀ ਆ, ਕਿਉਂ ਬਣਾਉਂਦੀ ਆ? ਉਹ ਤਾਂ ਬਣਾਉਂਦੀ ਆ ਕਿਉਂਕਿ ਉਸ ਚੀਜ਼ ਤੋਂ ਐਨਾਲਾਈਜ਼ ਹੁੰਦਾ ਗਾ ਕਿ ਕੰਪਨੀ ਦੀ ਫਾਈਨੈਂਸ਼ੀਅਲ ਪੋਜੀਸ਼ਨ ਕੀ ਆ। ਫਾਈਨੈਂਸ਼ੀਅਲ ਸਟੇਟਮੈਂਟ ਦੀ ਮਦਦ ਨਾਲ ਕੰਪਨੀ ਦੀ ਕੰਡੀਸ਼ਨ ਦਾ ਪਤਾ ਚੱਲਦਾ ਗਾ। ਕੰਪਨੀ ਦੀ ਆਪਾਂ ਨੂੰ ਇਹ ਪਤਾ ਲੱਗਦਾ ਕੰਪਨੀ ਪ੍ਰੋਫਿਟ 'ਚ ਆ ਜਾਂ ਲੋਸ 'ਚ ਆ, ਕੰਪਨੀ 'ਚ ਕਿੰਨੇ ਕੁ ਬੈਨੀਫਿਟ ਹੋਏ ਨੇ, ਇਹ ਸਾਰਾ ਕੁਝ ਅੰਡਰਸਟੈਂਡ ਕਰਦੇ ਹਾਂ ਆਪਾਂ ਇਹਦੇ ਵਿੱਚ। ਠੀਕ ਆ। ਫਾਈਨੈਂਸ਼ੀਅਲ ਸਟੇਟਮੈਂਟ ਕੀ ਹੁੰਦਾ? ਇੱਕ ਸਿਸਟੇਮੈਟਿਕ ਪ੍ਰੋਸੈਸ ਆ, ਠੀਕ ਆ, ਕਾਸ ਦਾ ਐਨਾਲਾਈਜ਼ ਕਰਨ ਦਾ ਫਾਈਨੈਂਸ਼ੀਅਲ ਇਨਫੋਰਮੇਸ਼ਨ ਨੂੰ। ਠੀਕ ਆ। ਇੱਕ ਇੱਦਾਂ ਦਾ ਸਿਸਟੇਮੈਟਿਕ ਪ੍ਰੋਸੈਸ ਆ ਜਿਹਦੇ ਨਾਲ ਆਪਾਂ ਨੂੰ ਕੀ ਪਤਾ ਲੱਗਦਾ, ਆਪਾਂ ਕੀ ਐਨਾਲਾਈਜ਼ ਕਰਦੇ ਹਾਂ, ਫਾਈਨੈਂਸ਼ੀਅਲ ਇਨਫੋਰਮੇਸ਼ਨ ਜਾਂ ਫਾਈਨੈਂਸ਼ੀਅਲ ਸਟੇਟਮੈਂਟ ਨੂੰ ਦੀ ਹੈਲਪ ਨਾਲ ਆਪਾਂ ਨੂੰ ਪਤਾ ਲੱਗਦਾ ਕਿ ਕੰਪਨੀ ਦੀ ਕੀ ਕੰਡੀਸ਼ਨ ਆ ਅਤੇ ਆਪਾਂ ਉਹਦੇ ਰਿਗਾਰਡਿੰਗ ਕੋਈ ਇਕਨੋਮਿਕ ਡਿਸੀਜਨ ਲੈਂਦੇ ਹਾਂ। ਕਲੀਅਰ। ਹੁਣ ਕਿਹੜੇ ਟੂਲ ਨੇ ਜਿਹੜੇ ਕੰਪਨੀ ਕੀ ਕਰਦੀ ਹੈ, ਜਿਨ੍ਹਾਂ ਦੀ ਹੈਲਪ ਨਾਲ ਕੰਪਨੀ ਆਪਣੀ ਕੰਡੀਸ਼ਨ ਦਾ, ਆਪਣੀ ਮਤਲਬ ਕਿੰਨੀ ਆਊਟਪੁੱਟ ਹੋਈ ਹੈ, ਕਿੰਨੇ ਬੈਨੀਫਿਟ ਹੋਏ ਆ, ਉਹਦੇ ਬਾਰੇ ਪਤਾ ਚੱਲਦਾ। ਹੁਣ ਟੂਲਸ ਕੀ ਆ? ਪਹਿਲਾ ਹੈਗਾ ਕੰਪੈਰੇਟਿਵ ਫਾਈਨੈਂਸ਼ੀਅਲ ਸਟੇਟਮੈਂਟ, ਕਾਮਨ ਸਾਈਜ਼ ਸਟੇਟਮੈਂਟ, ਟ੍ਰੈਂਡ ਐਨਾਲਾਈਸਿਸ, ਰੇਸ਼ੋ ਐਨਾਲਾਈਸਿਸ, ਕੈਸ਼ ਫਲੋ ਐਨਾਲਾਈਸਿਸ, ਫੰਡ ਫਲੋ ਐਨਾਲਾਈਸਿਸ। ਇਹਨਾਂ ਟੂਲਸ ਦੀ ਹੈਲਪ ਦੇ ਨਾਲ ਕੰਪਨੀ ਨੂੰ ਆਪਣੀ ਪੋਜੀਸ਼ਨ ਦਾ ਪਤਾ ਚੱਲਦਾ ਵਾ। ਕੰਪਨੀ ਦੀ ਕੀ ਕੰਡੀਸ਼ਨ ਆ, ਫਾਈਨੈਂਸ਼ੀਅਲ ਕੰਡੀਸ਼ਨ ਕੀ ਆ, ਕੰਪਨੀ ਨੂੰ ਕੀ ਪ੍ਰੋਫਿਟ ਹੋ ਰਹੇ ਨੇ, ਕੀ ਲੋਸਿਜ ਹੋ ਰਹੇ ਨੇ, ਇਹਨਾਂ ਟੂਲਸ ਦੀ ਮਤਲਬ ਹੈਲਪ ਨਾਲ ਪਤਾ ਚੱਲਦਾ ਵਾ। ਕਲੀਅਰ। ਨੈਕਸਟ ਹੈਗਾ ਟਾਈਪਸ ਆਫ ਫਾਈਨੈਂਸ਼ੀਅਲ ਸਟੇਟਮੈਂਟ। ਠੀਕ ਹੈ। ਟਾਈਪਸ ਆਫ ਫਾਈਨੈਂਸ਼ੀਅਲ ਸਟੇਟਮੈਂਟ ਐਨਾਲਾਈਸਿਸ। ਟਾਈਪਸ ਕਿਹੜੀਆਂ ਨੇ? ਸਭ ਤੋਂ ਪਹਿਲਾਂ ਹੈਗੀਆਂ ਮਟੀਰੀਅਲ ਬੇਸਿਸ। ਮਟੀਰੀਅਲ ਬੇਸਿਸ ਦੋ ਹੁੰਦੀਆਂ ਨੇ। ਪਹਿਲਾ ਤਾਂ ਹੈਗਾ ਐਕਸਟਰਨਲ ਐਨਾਲਾਈਸਿਸ, ਦੂਜਾ ਹੈਗਾ ਇੰਟਰਨਲ ਐਨਾਲਾਈਸਿਸ। ਹੁਣ ਦੇਖੋ ਐਕਸਟਰਨਲ ਐਨਾਲਾਈਸਿਸ ਮੀਨਸ ਐਕਸਟਰਨਲ ਆ, ਦੈਟ ਮੀਨਸ ਬਾਹਰ। ਠੀਕ ਆ। ਮੇਡ ਬਾਏ ਐਕਸਟਰਨਲ ਔਰ ਥਰਡ ਪਾਰਟੀ। ਮਤਲਬ ਕਹਿੰਦੇ ਉਹ ਐਨਾਲਾਈਸਿਸ ਜਿਹੜਾ ਕਿਹਦੇ ਦੁਆਰਾ ਬਣਾਇਆ ਜਾਂਦਾ, ਐਕਸਟਰਨਲ ਜਾਂ ਥਰਡ ਪਾਰਟੀ ਦੇ ਦੁਆਰਾ ਬਣਾਇਆ ਜਾਂਦਾ। ਇਹਦੇ ਵਿੱਚ ਕੰਪਨੀ ਖੁਦ ਨਹੀਂ ਕਰਦੀ ਕੁਛ ਵੀ। ਠੀਕ ਆ। ਕੰਪਨੀ ਦੇ ਜਿਹੜੇ ਪ੍ਰੋਫਿਟ ਐਂਡ ਲੋਸ ਆ ਜਾਂ ਕੋਈ ਵੀ ਬੈਲੈਂਸ ਸ਼ੀਟ ਆ ਉਹਦੇ ਬੇਸ 'ਤੇ, ਠੀਕ ਆ, ਮਤਲਬ ਐਕਸਟਰਨਲ ਲੋਕ ਆ ਜਿਹੜੇ, ਐਕਸਟਰਨਲ ਮੀਨਸ ਬਾਹਰੀ ਲੋਕ ਆ, ਠੀਕ ਆ, ਉਹ ਕੀ ਕਰਦੇ ਆ? ਪ੍ਰਿਡਿਕਸ਼ਨ ਕਰਦੇ ਆ ਕਿ ਕੰਪਨੀ ਦੀ ਕੰਡੀਸ਼ਨ ਕੀ ਆ। ਕਲੀਅਰ। ਐਕਸਟਰਨਲ ਐਨਾਲਾਈਸਿਸ ਮੀਨਸ ਕੰਪਨੀ ਖੁਦ ਨਹੀਂ ਕੁਛ ਕਰਦੀ ਇਹਦੇ ਵਿੱਚ, ਠੀਕ ਆ, ਬਾਹਰੀ ਲੋਕ ਮਤਲਬ ਐਕਸਟਰਨਲੀ ਲੋਕ ਜਿਹੜੇ ਬਾਹਰਲੇ ਲੋਕ ਹੋਣਗੇ, ਫੋਰ ਐਗਜ਼ਾਮਪਲ, ਠੀਕ ਆ, ਕ੍ਰੈਡੀਟਰ ਹੋ ਗਿਆ, ਗੌਰਮੈਂਟ ਏਜੰਸੀ ਹੋ ਗਈ, ਇਨਵੈਸਟਰ ਹੋ ਗਏ। ਹੁਣ ਮੰਨ ਕੇ ਚਲੋ ਆਪਾਂ ਕ੍ਰੈਡੀਟਰ ਹਾਂ ਜਾਂ ਆਪਾਂ ਕੋਈ ਗੌਰਮੈਂਟ ਏਜੰਸੀ ਆ, ਜਦੋਂ ਵੀ ਕਿਸੇ ਕੰਪਨੀ 'ਚ ਪੈਸਾ ਇਨਵੈਸਟ ਕਰਦੀ ਆ, ਹੁਣ ਗੌਰਮੈਂਟ ਏਜੰਸੀ ਕੋਈ ਕੰਪਨੀ 'ਚ ਪੈਸਾ ਇਨਵੈਸਟ ਕਰੂਗੀ, ਠੀਕ ਆ, ਡੈਟ ਮੀਨਸ ਉਹ ਕੰਪਨੀ ਦੀ ਕੀ ਹੋਗੀ? ਥਰਡ ਪਾਰਟੀ ਹੋਗੀ ਜਾਂ ਐਕਸਟਰਨਲ ਹੋ ਗਈ। ਠੀਕ ਆ। ਉਹ ਕੰਪਨੀ ਮਤਲਬ ਕੰਪਨੀ ਦੀ ਕੀ ਦੇਖੂਗੀ? ਮਤਲਬ ਬੈਲੈਂਸ ਸ਼ੀਟ ਜਾਂ ਕੋਈ ਹੈ ਨਾ ਪ੍ਰੋਫਿਟ ਐਂਡ ਲੋਸ, ਪਿਛਲੇ 4 ਜਾਂ 5 ਸਾਲਾਂ ਦੇ ਪ੍ਰੋਫਿਟ ਐਂਡ ਲੋਸ ਨੂੰ ਦੇਖ ਕੇ ਇਹ ਪ੍ਰਿਡਿਕਸ਼ਨ ਕਰੂਗੀ ਕਿ ਕੰਪਨੀ ਕਿੰਨੀ ਕੁ ਮਤਲਬ ਕੰਪਨੀ ਨੂੰ ਪਿਛਲੇ 4 ਸਾਲਾਂ ਤੋਂ ਜਾਂ 5 ਸਾਲਾਂ ਤੋਂ ਕਿੰਨੇ ਪ੍ਰੋਫਿਟ ਐਂਡ ਲੋਸ ਹੋ ਰਹੇ ਨੇ। ਕਲੀਅਰ। ਮਤਲਬ ਕੰਪਨੀ ਕਿਹੜੀ ਕੰਡੀਸ਼ਨ 'ਚ ਜਾ ਰਹੀ ਹੈ, ਪ੍ਰੋਫਿਟੇਬਿਲਿਟੀ ਦੇ ਵਿੱਚ ਜਾ ਰਹੀ ਹੈ ਜਾਂ ਲੋਸਿਸ ਦੇ ਵਿੱਚ ਜਾ ਰਹੀ ਹੈ। ਮਤਲਬ ਐਕਸਟਰਨਲ ਐਨਾਲਾਈਸਿਸ ਕੀ ਹੁੰਦਾ? ਕੰਪਨੀ ਨੇ ਐਨਾਲਾਈਸਿਸ ਕਰਨਾ। ਕੀ ਐਨਾਲਾਈਜ਼ ਕਰਨਾ? ਬਾਹਰੀ ਲੋਕ ਐਨਾਲਾਈਜ਼ ਕਰਦੇ ਆ, ਜਿਵੇਂ ਗੌਰਮੈਂਟ ਏਜੰਸੀਆਂ ਹੋ ਗਈਆਂ, ਕ੍ਰੈਡੀਟਰ ਹੋ ਗਏ, ਇਨਵੈਸਟਰ ਹੋ ਗਏ। ਉਹ ਦੇਖਦੇ ਆ ਕਿ ਕੰਪਨੀ ਦੀ ਪ੍ਰਿਡਿਕਸ਼ਨ ਕਰਦੇ ਆ। ਕਾਹਦੇ ਤੋਂ ਪ੍ਰਿਡਿਕਸ਼ਨ ਹੋਊਗੀ? ਕੰਪਨੀ ਦੀ ਸਟੇਟਮੈਂਟ ਤੋਂ। ਕੰਪਨੀ ਦੀ ਸਟੇਟਮੈਂਟ ਕੀ ਹੁੰਦੀ ਹੈ? ਫਾਈਨੈਂਸ਼ੀਅਲ ਸਟੇਟਮੈਂਟ। ਉਹ ਕਿਹੜੇ ਹੁੰਦੇ ਆ? ਜਿਵੇਂ ਪ੍ਰੋਫਿਟ ਐਂਡ ਲੋਸ ਹੋ ਗਏ, ਟ੍ਰੇਡਿੰਗ, ਬੈਲੈਂਸ ਸ਼ੀਟ। ਇਹਨਾਂ ਤੋਂ ਪਤਾ ਚੱਲਦਾ ਗਾ ਕਿ ਕੰਪਨੀ 'ਚ ਪੈਸਾ ਇਨਵੈਸਟ ਕਰਨਾ ਸਹੀ ਆ ਜਾਂ ਨਹੀਂ। ਜੇ ਤਾਂ ਕੰਪਨੀ ਨੂੰ ਪ੍ਰੋਫਿਟ ਹੋ ਰਿਹਾ, ਡੈਟ ਮੀਨਸ ਗੌਰਮੈਂਟ ਏਜੰਸੀਆਂ ਜਾਂ ਕੋਈ ਵੀ ਬੰਦਾ, ਮੈਂ ਵੀ ਤਾਂ ਉਹਦੇ ਕੰਪਨੀ ਵਿੱਚ ਪੈਸਾ ਇਨਵੈਸਟ ਕਰੂੰਗੀ, ਬਿਕੋਜ਼ ਕੀ ਇਹ ਕੰਪਨੀ ਪ੍ਰੋਫਿਟੇਬਿਲਿਟੀ 'ਚ ਜਾ ਰਹੀ ਹੈ ਪਿਛਲੇ 4 ਸਾਲਾਂ ਤੋਂ। ਆਪਾਂ ਕੰਪਨੀ ਦੀ ਪਿਛਲੇ 4 ਸਾਲਾਂ ਦੀ ਰਿਪੋਰਟ ਜਾਂ 5 ਸਾਲਾਂ ਦੀ ਰਿਪੋਰਟ ਜਾਂ 3 ਸਾਲਾਂ ਦੀ ਰਿਪੋਰਟ ਚੈੱਕ ਕਰਕੇ ਕੰਪਨੀ 'ਚ ਪੈਸਾ ਇਨਵੈਸਟ ਕਰਾਂਗੇ। ਮੀਨਸ ਆਪਾਂ ਕੰਪਨੀ ਦੇ ਕੀ ਆ? ਬੋਰਡ ਆਫ ਡਾਇਰੈਕਟਰ ਨਹੀਂ, ਮੈਂਬਰ ਨਹੀਂ ਹੈਗੇ ਕੰਪਨੀ ਦੇ, ਨਾ ਮੈਨੇਜਰ ਆ। ਕੌਣ ਆ? ਥਰਡ ਪਾਰਟੀ ਆ ਆਪਾਂ। ਠੀਕ ਆ। ਕੰਪਨੀ ਦੇ ਲਈ ਆਪਾਂ ਥਰਡ ਪਾਰਟੀ ਹੋਵਾਂਗੇ। ਕਲੀਅਰ। ਜਿਵੇਂ ਹੁਣ ਕ੍ਰੈਡੀਟਰ, ਗੌਰਮੈਂਟ ਏਜੰਸੀ ਜਾਂ ਕੋਈ ਵੀ ਬੰਦਾ ਇਨਵੈਸਟਰ ਪੈਸਾ ਇਨਵੈਸਟ ਕਰਦਾ। ਇਨਵੈਸਟਰ ਮਤਲਬ ਹੁੰਦਾ ਪੈਸਾ ਇਨਵੈਸਟ ਕਰਨ ਵਾਲਾ। ਠੀਕ ਹੈ। ਇਹ ਕੰਪਨੀ ਦੇ ਬਾਹਰੀ ਲੋਕ ਨੇ।
ਹੁਣ ਇੰਟਰਨਲ ਐਨਾਲਾਈਜ਼ ਇਹਦੇ ਆਪੋਜਿਟ ਸਾਈਡ, ਇੰਟਰਨਲ ਹੁੰਦਾ ਕੰਪਨੀ ਦੇ ਵਿਚਲੇ ਲੋਕ, ਠੀਕ ਆ। ਮੇਡ ਬਾਈ ਕੰਪਨੀ ਮੈਂਬਰ, ਇਹ ਕੰਪਨੀ ਦੇ ਮੈਂਬਰ, ਬੋਰਡ ਆਫ ਡਾਇਰੈਕਟਰ, ਮੈਨੇਜਰ ਹੁੰਦੇ ਨੇ, ਕਲੀਅਰ। ਕੰਪਨੀ ਦੇ ਜਿਹੜੇ ਵੀ ਮੈਂਬਰ ਹੁੰਦੇ ਨੇ, ਕਲੀਅਰ, ਬੋਰਡ ਆਫ ਡਾਇਰੈਕਟਰ ਹੁੰਦੇ ਨੇ, ਮੈਨੇਜਰ ਹੁੰਦੇ ਨੇ, ਉਹ ਕੰਪਨੀ ਦੀ ਪ੍ਰੋਫਿਟੇਬਿਲਿਟੀ ਚੈੱਕ ਕਰਦੇ ਨੇ, ਕਲੀਅਰ। ਕਿਹਦੇ ਥਰੂ ਕਰਦੇ ਨੇ? ਉਹਦੀ ਜਿਹੜੀ ਫਾਈਨੈਂਸ਼ੀਅਲ ਸਟੇਟਮੈਂਟ ਆ ਉਹਦੇ ਥਰੂ, ਕਿ ਇਹਦੇ ਵਿੱਚ ਕੀ ਕਰਦੇ ਆ ਕੰਪਨੀ, ਕੁਝ ਆਊਟਪੁੱਟ ਜਾਂ ਰਿਜ਼ਲਟ ਕੱਢਦੇ ਨੇ, ਠੀਕ ਆ। ਜਿਹੜੇ ਕੰਪਨੀ ਦੇ ਮੈਂਬਰ ਹੋਣਗੇ ਉਹ ਕੀ ਕਰਨਗੇ, ਫਾਈਨੈਂਸ਼ੀਅਲ ਸਟੇਟਮੈਂਟ ਦੇ ਰਾਹੀਂ, ਫਾਈਨੈਂਸ਼ੀਅਲ ਸਟੇਟਮੈਂਟ ਕੀ ਹੋਊਗੀ, ਪ੍ਰੋਫਿਟ ਐਂਡ ਲੋਸ ਜਾਂ ਬੈਲੈਂਸ ਸ਼ੀਟ, ਉਹਦੇ ਬੇਸ 'ਤੇ ਕੰਪਨੀ ਦਾ ਰਿਜ਼ਲਟ ਫਾਈਂਡ ਆਊਟ ਕਰਨਗੇ, ਕੰਪਨੀ ਨੂੰ ਕਿੰਨੀ ਕੁ ਆਊਟਪੁੱਟ ਹੋਈ ਆ ਪਿਛਲੇ ਸਾਲ ਨਾਲੋਂ, ਹੁਣ ਇਸ ਸਾਲ ਕਿੰਨੇ ਪ੍ਰੋਫਿਟ ਹੋਏ ਨੇ, ਕੀ ਮਤਲਬ ਕੰਪਨੀ ਪ੍ਰੋਫਿਟ 'ਚ ਜਾ ਰਹੀ ਹੈ ਜਾਂ ਲੋਸਿਸ 'ਤੇ ਜਾ ਰਹੀ ਹੈ, ਠੀਕ ਆ। ਇਹ ਸੀ ਮਟੀਰੀਅਲ ਬੇਸ। ਮਟੀਰੀਅਲ ਬੇਸ ਐਕਸਟਰਨਲ ਐਨਾਲਾਈਸਿਸ ਅਤੇ ਇੰਟਰਨਲ ਐਨਾਲਾਈਸਿਸ। ਦੈਨ ਨੈਕਸਟ ਹੈਗਾ ਓਬਜੈਕਟਿਵ ਬੇਸਿਸ। ਸੈਕਿੰਡ ਪੁਆਇੰਟ ਹੈਗਾ ਓਬਜੈਕਟਿਵ ਬੇਸ। ਓਬਜੈਕਟਿਵ ਬੇਸ 'ਤੇ ਕੰਪਨੀ ਟੂ ਟਾਈਪਸ ਦੀ ਆ, ਲੌਂਗ ਟਰਮ ਐਨਾਲਾਈਜ਼ ਅਤੇ ਸ਼ਾਰਟ ਟਰਮ ਐਨਾਲਾਈਜ਼। ਲੌਂਗ ਟਰਮ, ਜਿੱਦਾਂ ਕਿ ਨਾਮ ਤੋਂ ਹੀ ਪਤਾ ਲੱਗਦਾ, ਲੌਂਗ ਟਰਮ ਵਿੱਚ ਲੰਬੇ ਟਾਈਮ ਦੇ ਲਈ ਪੈਸਾ ਇਨਵੈਸਟ ਕਰਨਾ, ਠੀਕ ਆ। ਹੁਣ ਦੇਖੋ ਕੰਪਨੀ ਇਹਦੇ ਵਿੱਚ ਕਾਹਦੀ ਸਟੱਡੀ ਕੀਤੀ ਜਾਂਦੀ ਆ, ਫਾਈਨੈਂਸ਼ੀਅਲ ਸਟੇਬਿਲਿਟੀ ਦੀ, ਲਿਕੁਇਡਿਟੀ ਦੀ, ਸੋਲਵੈਂਸੀ ਦੀ, ਪ੍ਰੋਫਿਟੇਬਿਲਿਟੀ ਦੀ, ਮਤਲਬ ਜਿਹੜੀ ਲੌਂਗ ਟਰਮ ਸਟੱਡੀ ਕਰਨੀ ਹੈ ਇਹਦੇ ਵਿੱਚ, ਠੀਕ ਆ। ਜਿੱਦਾਂ ਹੁਣ ਲੌਂਗ ਟਰਮ ਜਿਹੜੀਆਂ ਐਸਟਸ ਹੁੰਦੀਆਂ ਨੇ, ਕਿਹੜੀਆਂ, ਫਿਕਸ ਐਸਟਸ, ਜਿੰਨੀਆਂ ਵੀ ਫਿਕਸ ਐਸਟਸ ਨੇ ਉਹਨਾਂ 'ਚ ਪੈਸਾ ਇਨਵੈਸਟ ਕੀਤਾ, ਡੈਟ ਮੀਨਸ ਉਹ ਲੌਂਗ ਟਰਮ ਐਨਾਲਾਈਜ਼ ਕੀਤਾ ਕੰਪਨੀ ਦਾ, ਕਲੀਅਰ। ਇਹਦੇ ਵਿੱਚ ਕੰਪਨੀ ਕੀ ਕਰਦੀ ਹੈ, ਪ੍ਰੋਵਾਈਡ ਕਰਦੀ ਹੈ ਲੌਂਗ ਟਰਮ ਫੰਡ। ਕਿਉਂ ਫੰਡ ਲੌਂਗ ਟਰਮ ਪ੍ਰੋਵਾਈਡ ਕਰਦੀ ਹੈ? ਕਿਉਂਕਿ ਕੰਪਨੀ ਦੇ ਵਿੱਚ ਪਹਿਲਾਂ ਹੀ ਆਲਰੇਡੀ ਪ੍ਰੋਫਿਟ ਬਹੁਤ ਆ। ਇਹਦੀ ਹੈਲਪ ਨਾਲ, ਲੌਂਗ ਟਰਮ ਐਨਾਲਾਈਜ਼ ਦੀ ਹੈਲਪ ਨਾਲ ਕੰਪਨੀ ਕੀ ਕਰਦੀ ਹੈ, ਸਰਵਾਈਵਲ ਹੁੰਦੀ ਹੈ, ਲੌਂਗ ਟਾਈਮ ਤੱਕ ਚੱਲਦੀ ਰਹਿੰਦੀ ਹੈ। ਜਿਵੇਂ ਕਿ ਆਪਾਂ ਕੀਤਾ ਸੀ, ਲੌਂਗ ਟਰਮ ਐਸਟਸ ਕਿਹੜੀਆਂ ਹੁੰਦੀਆਂ ਨੇ, ਫਿਕਸ ਐਸਟਸ, ਮਤਲਬ ਕੰਪਨੀ ਇਹੋ ਜਿਹੀ ਐਸਟਸ 'ਚ ਪੈਸਾ ਇਨਵੈਸਟ ਕਰਦੀ ਹੈ, ਲੌਂਗ ਟਰਮ ਐਸਟਸ 'ਚ, ਜਿਹਦੇ ਵਿੱਚ ਕੰਪਨੀ ਲੌਂਗ ਟਾਈਮ ਤੱਕ ਸਰਵਾਈਵਲ ਰਹਿੰਦੀ ਹੈ। ਮਤਲਬ ਸਰਵਾਈਵਲ ਮੀਨਸ ਹੁੰਦਾ ਚੱਲਦੀ ਰਹਿੰਦੀ ਹੈ, ਕੰਟੀਨਿਊਟੀ ਬਣੀ ਰਹਿੰਦੀ ਹੈ ਕੰਪਨੀ ਦੀ, ਠੀਕ ਆ। ਸ਼ਾਰਟ ਟਰਮ ਐਨਾਲਾਈਸਿਸ ਉਹ ਹੁੰਦਾ ਗਾ ਜਿਹਦੇ ਵਿੱਚ ਕੰਪਨੀ ਸ਼ਾਰਟ ਟਰਮ ਦੀ ਸਟੱਡੀ ਕਰਦੀ ਆ, ਸੋਲਵੈਂਸੀ ਥੋੜ੍ਹੇ ਟਾਈਮ ਦੀ ਹੁੰਦੀ ਹੈ, ਸਟੇਬਿਲਿਟੀ, ਲਿਕੁਇਡਿਟੀ ਬਿਜ਼ਨਸ ਦੀ, ਠੀਕ ਆ। ਇਹਦੇ ਵਿੱਚ ਕੰਪਨੀ ਨੂੰ, ਮਤਲਬ ਇਹ 'ਚ ਕੰਪਨੀ ਫੰਡ ਪ੍ਰੋਵਾਈਡ ਨਹੀਂ ਕਰਦੀ, ਜਿਵੇਂ ਇਹਦੇ ਵਿੱਚ ਇਹਦੇ ਪ੍ਰੋਵਾਈਡ ਲੌਂਗ ਟਰਮ ਫੰਡ, ਇਹਦੇ 'ਚ ਤਾਂ ਪ੍ਰੋਵਾਈਡ ਕਰਦੀ ਸੀ ਕਿਉਂਕਿ ਉਹਦੇ ਕੋਲ ਲੌਂਗ ਟਰਮ ਐਨਾਲਾਈਸਿਸ ਆ। ਸ਼ਾਰਟ ਟਰਮ ਐਨਾਲਾਈਸਿਸ ਵਿੱਚ ਕੰਪਨੀ ਲੋਸਿਸ 'ਚ ਹੁੰਦੀ ਹੈ। ਇਹਦੇ 'ਚ ਕੰਪਨੀ ਆਪਦੀਆਂ ਜਿਹੜੀਆਂ ਸ਼ਾਰਟ ਟਰਮ ਰਿਕੁਆਇਰਮੈਂਟ ਆ ਉਹਨਾਂ ਨੂੰ ਮੀਟ ਕਰਨ ਦੇ ਲਈ ਲੋਨ ਨੂੰ ਬੋਰੋ ਕਰਦੀ ਆ, ਲੋਨ ਬੋਰੋ ਮੀਨਸ ਲੋਨ ਲੈਂਦੀ ਆ। ਇਹਦੇ ਵਿੱਚ ਜਿੰਨੀਆਂ ਵੀ ਸ਼ਾਰਟ ਟਰਮ ਐਨਾਲਾਈਜ਼ ਆ, ਇਹਦੇ 'ਚ ਕਰੰਟ ਐਸਟਸ ਅਤੇ ਕਰੰਟ ਲਾਇਬਿਲਿਟੀ ਦੀ ਸਟੱਡੀ ਕੀਤੀ ਜਾਂਦੀ ਆ, ਜਿਹਦੇ ਨਾਲ ਕੰਪਨੀ ਦੀ ਕਰੰਟ ਪੋਜੀਸ਼ਨ ਦਾ ਪਤਾ ਚੱਲਦਾ ਕਿ ਕੰਪਨੀ ਪ੍ਰੋਫਿਟ 'ਚ ਆ ਜਾਂ ਲੋਸਿਸ 'ਚ ਆ, ਕਲੀਅਰ। ਅਗਲਾ ਪੁਆਇੰਟ ਆ ਮੈਥਡ ਬੇਸਿਸ। ਮੈਥਡ ਬੇਸਿਸ ਕੰਪਨੀ ਦੋ ਤਰ੍ਹਾਂ ਦੀ ਹੁੰਦੀ ਆ, ਹੌਰੀਜੈਂਟਲ ਐਨਾਲਾਈਜ਼ ਅਤੇ ਵਰਟੀਕਲ ਐਨਾਲਾਈਜ਼। ਹੌਰੀਜੈਂਟਲ ਐਨਾਲਾਈਜ਼ ਨੂੰ ਡਾਇਨਾਮਿਕ ਵੀ ਕਿਹਾ ਜਾਂਦਾ, ਡਾਇਨਾਮਿਕ ਐਨਾਲਾਈਸਿਸ ਵੀ ਕਹਿੰਦੇ ਨੇ, ਕਲੀਅਰ। ਹੌਰੀਜੈਂਟਲ ਦੇ ਵਿੱਚ ਕੀ ਕੀਤਾ ਜਾਂਦਾ, ਨੰਬਰ ਆਫ ਈਅਰ ਆਰ ਟੂ ਬੀ ਐਨਾਲਾਈਜ਼ਡ। ਨੰਬਰ ਆਫ ਈਅਰ ਮਤਲਬ ਹੁੰਦਾ ਕਿ ਇਹ ਕੰਪਨੀ ਨੇ ਆਪਣੇ ਪਿਛਲੇ 5 ਸਾਲਾਂ ਦੀ ਬੈਲੈਂਸ ਸ਼ੀਟ ਨੂੰ ਕੰਪੇਅਰ ਕੀਤਾ, ਠੀਕ ਆ। ਉਸ ਤੋਂ ਪਤਾ ਚੱਲਦਾ ਕੰਪਨੀ ਨੂੰ ਕਿੰਨਾ ਪ੍ਰੋਫਿਟ ਆ, ਪ੍ਰੋਫਿਟ 'ਚ ਜਾ ਰਹੀ ਆ ਜਾਂ ਲੋਸਿਸ 'ਚ ਜਾ ਰਹੀ ਆ, ਮਤਲਬ ਕੰਪਨੀ ਦਾ ਪ੍ਰੋਫਿਟ ਵੱਧ ਕਿਉਂ ਰਿਹਾ, ਕਿਉਂ ਘਟ ਰਿਹਾ, ਇਹ ਸਾਰਾ ਕੁਝ ਪਤਾ ਚੱਲਦਾ। ਮਤਲਬ ਕੰਪਨੀ ਕੀ ਕਰਦੀ ਆ, ਆਪਦੇ ਪਿਛਲੇ 5 ਸਾਲਾਂ ਦੀ ਬੈਲੈਂਸ ਸ਼ੀਟ ਨੂੰ ਕੰਪੇਅਰ ਕਰਦੀ ਆ, ਮਤਲਬ ਨੰਬਰ ਆਫ ਈਅਰ ਆਰ ਵੀ ਐਨਾਲਾਈਜ਼, ਮਤਲਬ ਇਹਦੇ 'ਚ ਨੰਬਰ ਆਫ ਈਅਰ ਨੂੰ ਐਨਾਲਾਈਜ਼ ਕੀਤਾ ਜਾਂਦਾ, ਜਿਵੇਂ 5 ਸਾਲ, 6 ਸਾਲ, 7 ਸਾਲ। ਕੰਪਨੀ ਆਪਦੀ ਹੀ 5 ਜਾਂ 6 ਸਾਲਾਂ ਦੀ ਜਿਹੜੀ ਬੈਲੈਂਸ ਸ਼ੀਟ ਬਣੀ ਹੁੰਦੀ ਆ ਉਹਨੂੰ ਕੰਪੈਰੀਜ਼ਨ ਕਰਦੀ ਆ। ਫੋਰ ਐਗਜ਼ਾਮਪਲ ਕੰਪਨੀ ਦੀ 2020 ਦੀ ਆ ਬੈਲੈਂਸ ਸ਼ੀਟ, ਫਿਰ 2019 ਦੀ, ਫਿਰ 2018 ਦੀ, ਜਿੱਦਾਂ ਕੰਪਨੀ ਦੇ 2018, 19, 20 3 ਸਾਲ ਹੋ ਗਏ। ਮਤਲਬ ਕੰਪਨੀ ਆਪਦੀ ਬੈਲੈਂਸ ਸ਼ੀਟ ਪਹਿਲਾਂ ਦੇਖਦੀ ਹੈ 2019 'ਚ ਕੀ ਸੀ, 18 'ਚ ਕੀ ਸੀ, 20 'ਚ ਕੀ ਆ, 21 'ਚ ਕੀ ਆ, ਮਤਲਬ ਇਹਨਾਂ ਨੂੰ ਕੰਪੈਰੀਜ਼ਨ ਕਰਦੀ ਆ ਕਿ ਮਤਲਬ ਦੇਖਦੀ ਆ ਕਿ ਉਹਦੇ ਨੰਬਰ ਆਫ ਈਅਰ ਨੂੰ ਐਨਾਲਾਈਜ਼ ਕਰਦੀ ਹੈ ਕਿ ਇੰਨੇ 5 ਸਾਲਾਂ ਤੋਂ ਮੇਰੀ ਕੰਪਨੀ ਪ੍ਰੋਫਿਟ 'ਚ ਜਾਈ ਜਾਂਦੀ ਹੈ ਜਾਂ ਲੋਸਿਸ 'ਚ ਜਾ ਰਹੀ ਹੈ, ਉਹਨੂੰ ਬੋਲਦੇ ਆ ਹੌਰੀਜੈਂਟਲ ਐਨਾਲਾਈਜ਼। ਵਰਟੀਕਲ ਐਨਾਲਾਈਸਿਸ ਕੀ ਹੁੰਦਾ ਗਾ, ਜਿਹਦੇ 'ਚ 1 ਸਾਲ ਦੇ ਐਸਟਸ ਨੂੰ ਐਨਾਲਾਈਜ਼ ਕੀਤਾ ਜਾਂਦਾ, ਐਨਾਲਾਈਜ਼ ਆਫ ਵਨ ਪਰਟੀਕੂਲਰ ਈਅਰ ਓਨਲੀ, ਮਤਲਬ ਇਹ 'ਚ ਸਿਰਫ ਇਹਨੂੰ ਸਟੈਟਿਕਸ ਵੀ ਕਿਹਾ ਜਾਂਦਾ ਗਾ। ਇਹਦੇ 'ਚ ਸਿਰਫ 1 ਸਾਲ ਨੂੰ ਹੀ ਐਨਾਲਾਈਜ਼ ਕੀਤਾ ਜਾਂਦਾ। ਕੰਪਨੀ ਸਿਰਫ ਆਪਦੇ ਇਸ ਜਿਹੜੇ ਹੁਣ ਸਾਲ ਦੇ, ਜਿਵੇਂ 2020 ਚੱਲਦਾ ਗਾ, 2020 ਦੀਆਂ ਕਰੰਟ ਐਸਟਸ ਅਤੇ ਕਰੰਟ ਲਾਇਬਿਲਿਟੀ ਨੂੰ ਦੇਖਦੀ ਹੈ ਕਿ ਮੇਰੀਆਂ 2020 'ਚ ਕਿੰਨੀਆਂ ਕਰੰਟ ਐਸਟਸ ਸੀ ਅਤੇ ਕਿੰਨੀਆਂ ਕਰੰਟ ਲਾਇਬਿਲਿਟੀ ਆ, ਕਲੀਅਰ। ਨੈਕਸਟ ਹੈਗਾ ਟੌਪਿਕ ਇੰਟਰਾਫਾਰਮ ਐਨਾਲਾਈਜ਼ ਅਤੇ ਇੰਟਰਫਾਰਮ ਐਨਾਲਾਈਜ਼। ਇੰਟਰਫਾਰਮ ਐਨਾਲਾਈਜ਼ ਮੀਨਸ ਹੁੰਦਾ ਗਾ ਇੰਟਰਾਫਾਰਮ ਐਨਾਲਾਈਜ਼ ਮੀਨਸ ਹੁੰਦਾ ਗਾ ਕਿ ਇੱਕ ਹੀ ਕੰਪਨੀ ਜਾਂ ਫਰਮ ਖੁਦ ਦਾ ਕੰਪੈਰੀਜ਼ਨ ਖੁਦ ਨਾਲ ਹੀ ਕਰਦੀ ਆ,
ਕਲੀਅਰ। ਮਤਲਬ ਇੱਕ ਕੰਪਨੀ ਆ, ਠੀਕ ਆ, ਉਹ ਕੀ ਕਰਦੀ ਆ, ਜਾਂ ਇੱਕ ਫਰਮ ਲਾ ਲਓ ਜਾਂ ਕੰਪਨੀ ਲਾ ਲਓ, ਉਹ ਆਪਦਾ ਕੰਪੈਰੀਜ਼ਨ ਖੁਦ ਨਾਲ ਹੀ ਕਰਦੀ ਆ। ਜਿਵੇਂ ਹੁਣ ਆਈਡੀਆ, ਠੀਕ ਆ, ਆਈਡੀਆ ਕੋਈ ਕੰਪਨੀ ਆ ਤਾਂ ਆਈਡੀਆ ਕੀ ਕਰਦੀ ਆ, ਹੁਣ 2020 ਦਾ ਕੰਪੈਰੀਜ਼ਨ 2019 ਨਾਲ ਕਰੂਗੀ, ਆਪਦਾ ਕੰਪੈਰੀਜ਼ਨ ਖੁਦ ਨਾਲ ਹੀ ਕਰਦੀ ਆ, ਕਿਸੇ ਕੰਪੀਟੀਟਰ ਨਾਲ ਨਹੀਂ ਕਰਦੀ। ਉਹਨੂੰ ਬੋਲਦੇ ਆ ਇੰਟਰਾ ਫਰਮ ਐਨਾਲਾਈਜ਼। ਜਦੋਂ ਕੰਪਨੀ ਖੁਦ ਦਾ ਕੰਪੈਰੀਜ਼ਨ ਖੁਦ ਨਾਲ ਕਰਦੀ ਆ, ਉਹਨੂੰ ਇੰਟਰਾ ਫਰਮ ਐਨਾਲਾਈਜ਼ ਬੋਲਦੇ ਆ। ਜਿਵੇਂ ਆਈਡੀਆ ਉਹ ਆਪਦੇ ਪਾਸਟ 2 ਸਾਲਾਂ ਦਾ ਕੰਪੈਰੀਜ਼ਨ ਕਰ ਲਵੇ, ਉਹਨੂੰ ਬੋਲਦੇ ਆ ਇੰਟਰਾ ਫਰਮ ਐਨਾਲਾਈਜ਼। ਅਤੇ ਇੰਟਰ ਫਰਮ ਐਨਾਲਾਈਜ਼ ਕੀ ਹੁੰਦਾ ਗਾ, ਜਦੋਂ 2 ਕੰਪਨੀਆਂ ਕੰਪੀਟੀਟਰ ਆ ਜਾਵੇ, ਜਿਹਦੇ ਵਿੱਚ ਜਦੋਂ 2 ਜਾਂ 2 ਤੋਂ ਜ਼ਿਆਦਾ ਕੰਪਨੀਆਂ ਦੇ ਵਿੱਚ ਕੰਪੈਰੀਜ਼ਨ ਕੀਤਾ ਜਾਂਦਾ ਗਾ, ਦੇਖਿਆ ਜਾਂਦਾ ਕਿ ਪ੍ਰੋਫਿਟ ਹੋ ਰਹੇ ਸੀ 2 ਸਾਲਾਂ, ਮਤਲਬ 2 ਕੰਪਨੀਆਂ ਨੂੰ ਪਿਛਲੇ ਸਾਲਾਂ ਤੋਂ ਪ੍ਰੋਫਿਟ ਹੋ ਰਹੇ ਆ ਜਾਂ ਲੋਸਿਸ ਹੋ ਰਹੇ, ਜਿਵੇਂ ਏਅਰਟੈਲ ਅਤੇ ਆਈਡੀਆ। ਹੁਣ ਇਹ 2 ਕੰਪਨੀਆਂ, ਏਅਰਟੈਲ ਅਲੱਗ ਆ, ਆਈਡੀਆ ਅਲੱਗ ਆ। ਜਦੋਂ ਆਈਡੀਆ ਆਪਦੇ ਨਾਲ ਹੀ ਕੰਪੈਰੀਜ਼ਨ ਕਰੇ ਪਿਛਲੇ ਸਾਲਾਂ ਦਾ, ਉਹਨੂੰ ਬੋਲਦੇ ਆ ਇੰਟਰਾ ਫਰਮ ਐਨਾਲਾਈਜ਼। ਜਦੋਂ ਆਈਡੀਆ ਅਤੇ ਏਅਰਟੈਲ 2 ਕੰਪਨੀਆਂ, ਠੀਕ ਆ, ਐਨਾਲਾਈਸਿਸ ਕਰਦੀਆਂ ਨੇ, ਮਤਲਬ ਦੇਖਦੇ ਹਾਂ ਉਹਨਾਂ ਨੂੰ ਕਿੰਨੀ ਸੈਲਿੰਗ ਹੋ ਰਹੀ ਹੈ, ਕਿੰਨਾ ਪ੍ਰੋਫਿਟ ਮਾਰਜਨ ਹੋ ਰਿਹਾ ਗਾ, ਮਤਲਬ ਏਅਰਟੈਲ ਜ਼ਿਆਦਾ ਮਤਲਬ ਪ੍ਰੋਫਿਟ 'ਚ ਜਾ ਰਹੀ ਹੈ ਕਿ ਆਈਡੀਆ ਜ਼ਿਆਦਾ ਪ੍ਰੋਫਿਟ 'ਚ ਜਾ ਰਹੀ ਹੈ, 2 ਕੰਪਨੀਆਂ ਦੇ ਵਿੱਚ ਕੰਪੈਰੀਜ਼ਨ ਹੋ ਗਿਆ ਤਾਂ ਉਹਨੂੰ ਇੰਟਰ ਫਰਮ ਐਨਾਲਾਈਜ਼ ਕਹਿੰਦੇ ਆ। ਇੱਕ ਫਰਮ 'ਚ ਐਨਾਲਾਈਜ਼ ਆ ਤਾਂ ਉਹਨੂੰ ਇੰਟਰ ਫਰਮ ਐਨਾਲਾਈਜ਼ ਕਹਿੰਦੇ ਆ। ਕਲੀਅਰ। ਥੈਂਕ ਯੂ ਸੋ ਮਚ।